ਰੀਜ਼ਨ ਟੈਸਟ ਦੇ ਵਿੱਚ ਬੇਟਾ ਚੈਪਟਰ ਆਣਗੇ, ਅਸੀਂ ਪਹਿਲਾਂ ਰਿਵਾਈਜ਼ ਕਰਾਂਗੇ। ਫਸਟ ਹੈ ਰਵਿੰਦਰਨਾਥ ਟੈਗੋਰ। ਰਵਿੰਦਰਨਾਥ ਟੈਗੋਰ ਬੇਟਾ ਅਸੀਂ ਚੈਪਟਰ ਕਿੰਨੀ ਵਾਰੀ ਕਰ ਚੁੱਕੇ ਹਾਂ, ਫਿਰ ਤੋਂ ਇੱਕ ਵਾਰ ਰਿਵਾਈਜ਼ ਕਰਦੇ ਹਾਂ। ਰਵਿੰਦਰਨਾਥ ਟੈਗੋਰ ਬੇਟਾ ਇੱਕ ਬਹੁਤ ਹੀ ਮਹਾਨ ਵਿਅਕਤੀ ਹੋਏ ਹਨ, ਜਿਨ੍ਹਾਂ ਨੇ ਰਾਸ਼ਟਰੀ ਗਾਨ ਜਨ ਗਣ ਮਨ ਲਿਖਿਆ। ਠੀਕ ਹੈ, MCQs ਦੇ ਵਿੱਚ ਵੀ ਆ ਸਕਦਾ, ਸਿੰਪਲ ਫਾਰਮ ਦੇ ਵਿੱਚ ਵੀ। ਰਵਿੰਦਰਨਾਥ ਟੈਗੋਰ ਨੇ ਕੀ ਲਿਖਿਆ ਸੀ? ਰਾਸ਼ਟਰੀ ਗਾਨ ਜਨ ਗਣ ਮਨ ਲਿਖਿਆ, ਜਿਹਦੇ ਕਰਕੇ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋਏ। ਇਸ ਤੋਂ ਇਲਾਵਾ ਬੇਟਾ ਉਹਨਾਂ ਨੇ ਕਈ ਨਾਵਲ, ਨਾਟਕ, ਕਹਾਣੀਆਂ ਵੀ ਲਿਖੀਆਂ। ਠੀਕ ਹੈ, ਕੋਈ ਵੀ ਕਹਾਣੀ ਪੁੱਛੀ ਜਾ ਸਕਦੀ, ਜਿਵੇਂ ਉਹਨਾਂ ਦੀ ਕੋਈ ਪ੍ਰਸਿੱਧ ਇੱਕ ਕਹਾਣੀ ਲਿਖੋ ਕਾਬਲੀ ਵਾਲਾ। ਠੀਕ ਹੈ, ਕੋਈ ਇੱਕ ਕਹਾਣੀ ਲਿਖੋ, ਉਹਨਾਂ ਦੀ ਪ੍ਰਸਿੱਧ ਕਹਾਣੀ ਕਿਹੜੀ ਹੈ? ਕਾਬਲੀ ਵਾਲਾ ਜਾਂ ਹਾਰ ਜਿੱਤ ਹੈ। ਇਸ ਤੋਂ ਇਲਾਵਾ ਬੇਟਾ ਉਹਨਾਂ ਨੇ ਕਈ ਨਾਵਲ ਲਿਖੇ, ਨਾਟਕ ਲਿਖੇ, ਤੇ ਪ੍ਰਸਿੱਧ ਕਾਵਿ ਪੁਸਤਕ ਕਿਹੜੀ ਸੀ? ਗੀਤਾਂਜਲੀ। ਪ੍ਰਸਿੱਧ ਕਾਵਿ ਪੁਸਤਕ ਗੀਤਾਂਜਲੀ ਸੀ, ਜਿਹਦੇ ਲਈ ਬੇਟਾ ਉਹਨਾਂ ਨੂੰ ਨੋਬਲ ਪੁਰਸਕਾਰ 1913 ਨੂੰ 1913 ਈਸਵੀ ਨੂੰ ਜਿਹੜਾ ਕਿ ਪ੍ਰਾਪਤ ਹੋਇਆ। ਉਹਨਾਂ ਦੀ ਸਭ ਤੋਂ ਪ੍ਰਸਿੱਧ ਕਾਵਿ ਪੁਸਤਕ ਗੀਤਾਂਜਲੀ ਲਈ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਪ੍ਰਸਿੱਧ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬਚਪਨ ਵਿੱਚ ਬੇਟਾ ਰਵਿੰਦਰਨਾਥ ਟੈਗੋਰ ਨੂੰ ਪੜ੍ਹਨ ਯਾਨੀ ਕਿ ਸਕੂਲ ਜਾਣ ਦਾ ਸ਼ੌਂਕ ਨਹੀਂ ਸੀ, ਚਾਹੇ ਉਹਨਾਂ ਨੂੰ ਪੜ੍ਹਨ ਦਾ ਸ਼ੌਂਕ ਸੀ। ਠੀਕ ਹੈ, ਪਰ ਉਹ ਜਿਹੜਾ ਕਿ ਚਾਰ ਦੀਵਾਰੀ ਦੇ ਵਿੱਚ ਲੇਕਿਨ ਰਹਿ ਕੇ ਪੜ੍ਹਨਾ ਨਹੀਂ ਚਾਹੁੰਦੇ ਸਨ, ਉਹ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਬੈਠ ਕੇ ਪੜ੍ਹਨਾ ਚਾਹੁੰਦੇ ਸਨ। ਇਸ ਦੇ ਲਈ ਬੇਟਾ ਉਹਨੇ ਕਈ ਬਹਾਨੇ ਬਣਾਏ। ਬਚਪਨ ਦੇ ਵਿੱਚ ਉਹਨੇ ਕੀ ਕੀਤਾ ਬੇਟਾ? ਇੱਕ ਦਿਨ ਆਪਣੇ ਬੂਟ ਦੇ ਵਿੱਚ ਪਾਣੀ ਪਾ ਲਿਆ ਅਤੇ ਸਾਰਾ ਦਿਨ ਬੇਟਾ ਉਸ ਬੂਟ ਦੇ ਵਿੱਚ ਪੈਰ ਪਾਈ ਰੱਖਿਆ, ਜਿਸ ਕਰਕੇ ਉਹਨਾਂ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸਕੂਲ ਨਾ ਭੇਜਿਆ। ਇਸ ਪ੍ਰਕਾਰ ਨੇ ਬਹਾਨਾ ਉਹਨਾਂ ਨੇ ਬਣਾਇਆ। ਫਿਰ ਬੇਟਾ ਉਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਪੰਜਾਬ ਗਏ ਜਦੋਂ 11 ਸਾਲ ਦੇ ਸੀ, ਤੇ ਕੁਦਰਤ ਦੇ ਅੰਗ ਸੰਗ ਰਹਿੰਦਿਆਂ ਹੋਇਆ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਸਭ ਤੋਂ ਪਹਿਲਾਂ ਪੰਜਾਬ ਕਿੱਥੇ ਗਏ? ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਗਏ। ਉੱਥੇ ਜਾ ਕੇ ਬੇਟਾ ਉਹ ਕਿੰਨਾ ਚਿਰ ਹੀ ਮੰਤਰ ਮੁਕਤ ਹੋ ਕੇ ਪੜ੍ਹਦੇ, ਮੰਤਰ ਮੁਕਤ ਹੋ ਕੇ ਕੀਰਤਨ ਸੁਣਦੇ ਰਹੇ। ਫਿਰ ਉਸ ਤੋਂ ਬਾਅਦ ਬੇਟਾ ਡਲਹੌਜ਼ੀ ਗਏ। ਡਲਹੌਜ਼ੀ ਦੇ ਪਹਾੜੀ ਸਥਾਨ ਨੂੰ ਦੇਖ ਕੇ ਉਹਨਾਂ ਦਾ ਮਨ ਜਿਹੜਾ ਕੀ ਸੀ? ਬਹੁਤ ਜ਼ਿਆਦਾ ਮੋਹਿਆ ਗਿਆ। ਉਹਨਾਂ ਦਾ ਵਿਆਹ ਬੇਟਾ ਜਿਹੜਾ ਕਿ 22 ਸਾਲ ਦੀ ਉਮਰ ਦੇ ਵਿੱਚ ਮ੍ਰਿਣਾਲਿਨੀ ਦੇ ਨਾਲ ਹੋਇਆ। 22 ਸਾਲ ਦੀ ਉਮਰ ਵਿੱਚ ਕਿੰਨਾ ਹੋਇਆ? ਮ੍ਰਿਣਾਲਿਨੀ ਦੇ ਨਾਲ ਹੋਇਆ। ਵੀ ਬੇਟਾ MCQ ਦੇ ਵਿੱਚ ਵੀ ਆ ਸਕਦਾ ਹੈ, ਸਿੰਪਲ ਫਾਰਮ ਦੇ ਵਿੱਚ ਵੀ। ਉਹਨਾਂ ਦੇ ਬੇਟਾ ਵਿੱਚ ਦੇਸ਼ ਪਿਆਰ ਦੀ ਭਾਵਨਾ ਬਹੁਤ ਜ਼ਿਆਦਾ ਭਰੀ ਹੋਈ ਸੀ। ਚਾਹੇ ਉਹਨਾਂ ਨੇ ਬੇਟਾ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਭਾਗ ਨਹੀਂ ਲਿਆ, ਕੋਈ ਹਿੱਸਾ ਨਹੀਂ ਲਿਆ, ਪਰ ਫਿਰ ਵੀ ਉਹਨਾਂ ਦੇ ਦੇਸ਼ ਪਿਆਰ ਦੀ ਭਾਵਨਾ ਭਰੀ ਹੋਈ ਸੀ। ਕਿਸ ਤੋਂ ਪਤਾ ਚੱਲਦਾ ਹੈ? ਬੇਟਾ ਉਹਨਾਂ ਨੇ ਅੰਗਰੇਜ਼ੀ ਸਰਕਾਰ ਨੇ ਉਹਨਾਂ ਨੂੰ ਸਰ ਦਾ ਖਿਤਾਬ ਦਿੱਤਾ ਸੀ, ਉਪਾਧੀ ਦਿੱਤੀ ਸੀ, ਤੇ ਉਹਨਾਂ ਨੇ ਵਾਪਸ ਕਰ ਦਿੱਤੀ ਸੀ। ਕਿਉਂ ਵਾਪਸ ਕੀਤੀ ਸੀ ਬੇਟਾ? ਕਿਉਂਕਿ ਜਨਰਲ ਡਾਇਰ ਨੇ 1919 ਈਸਵੀ 1919 ਨੂੰ ਵਿਸਾਖੀ ਵਾਲੇ ਦਿਨ ਜਦੋਂ ਬੇਟਾ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਸਨ, ਤੇ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਬੇਟਾ ਕਈ ਲੋਕ ਮਾਰੇ ਗਏ, ਕਈ ਜ਼ਖਮੀ ਹੋ ਗਏ, ਕਈਆਂ ਨੇ ਖੂਹ ਦੇ ਵਿੱਚ ਛਾਲਾਂ ਮਾਰ ਦਿੱਤੀਆਂ। ਤੇ ਇਸ ਗੱਲ ਦਾ ਰਵਿੰਦਰਨਾਥ ਟੈਗੋਰ ਦੇ ਮਨ ਤੇ ਬਹੁਤ ਹੀ ਜ਼ਿਆਦਾ ਬੇਟਾ ਗਹਿਰਾ ਪ੍ਰਭਾਵ ਪਿਆ, ਤੇ ਜਿਸ ਦੇ ਰੋਸ ਦੇ ਵਜੋਂ ਉਹਨਾਂ ਨੇ ਅੰਗਰੇਜ਼ੀ ਸਰਕਾਰ ਦਾ ਦਿੱਤਾ ਹੋਇਆ ਸਰ ਦਾ ਖਿਤਾਬ, ਉਹਨਾਂ ਨੇ ਉਪਾਧੀ ਜਿਹੜੀ ਕੀ ਸੀ ਵਾਪਿਸ ਕਰ ਦਿੱਤੀ। ਇਸ ਤੋਂ ਪਤਾ ਚੱਲਦਾ ਹੈ ਕਿ ਰਵਿੰਦਰਨਾਥ ਟੈਗੋਰ ਦੇਸ਼ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਕਰਦੇ ਸਨ। ਫਿਰ ਬੇਟਾ 80 ਸਾਲ ਦੀ ਉਮਰ ਹੋ ਕੇ ਸਦਾ ਲਈ ਇਸ ਦੁਨੀਆ ਤੋਂ ਚਲੇ ਗਏ। ਠੀਕ ਹੈ ਬੇਟਾ, ਇਸ ਚੈਪਟਰ ਰਿਲੇਟਿਡ ਤੁਹਾਨੂੰ 3 ਮਾਰਕਸ ਕੁਐਸਚਨ ਵੀ ਆਣਗੇ ਤੇ MCQs ਟਾਈਪ ਵੀ ਕੁਐਸਚਨ ਆਣਗੇ। ਨੈਕਸਟ ਬੇਟਾ ਹੁਣ ਅਸੀਂ ਚੈਪਟਰ ਰਿਵਾਈਜ਼ ਕਰਾਂਗੇ, ਲੋਹੜੀ ਚੈਪਟਰ। ਲੋਹੜੀ ਚੈਪਟਰ ਦੇ ਵਿੱਚ ਬੇਟਾ ਕੀ ਦੱਸਿਆ ਕਿ ਜਿਹੜਾ ਪੰਜਾਬ ਜਿਹੜਾ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਸਾਲ ਦਾ ਕੋਈ ਵੀ ਮਹੀਨਾ ਬੇਟਾ ਅਜਿਹਾ ਨਹੀਂ ਹੈ ਜਦੋਂ ਜਿਹੜਾ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਨਾ ਮਨਾਇਆ ਜਾਂਦਾ ਹੋਵੇ। ਪਰ ਜਿਹੜਾ ਕਿ ਪੰਜਾਬ ਦੇ ਵਿੱਚ ਲੋਹੜੀ ਦਾ ਤਿਉਹਾਰ ਖਾਸ ਤੌਰ ਤੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬੇਟਾ ਪੁਰਾਣੇ ਸਮੇਂ ਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਘਰ ਦੇ ਵਿੱਚ ਜਦੋਂ ਪੁੱਤਰ ਹੋਵੇਗਾ ਤੇ ਤਾਂ ਹੀ ਜਿਹੜੀ ਕਿ ਪੁੱਤਰ ਦੇ ਜਨਮ ਲੈਣ ਤੇ ਹੀ ਲੋਹੜੀ ਮਨਾਈ ਜਾਂਦੀ ਸੀ। ਕਿਉਂਕਿ ਬੇਟਾ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਰਾਜ ਹੈ। ਪੰਜਾਬ ਕਿਹੋ ਜਿਹਾ ਰਾਜ ਹੈ? MCQ ਦੇ ਵਿੱਚ ਆ ਸਕਦਾ ਹੈ ਕਿਹੋ ਜਿਹਾ ਰਾਜ ਹੈ? ਖੇਤੀ ਪ੍ਰਧਾਨ ਰਾਜ ਹੈ। ਪਹਿਲੇ ਸਮੇਂ ਜਿਹੜੀ ਖੇਤੀ ਸੀ ਹਲਾਂ ਦੇ ਨਾਲ, ਭਾਵ ਕਿ ਸਾਰਾ ਕੰਮ ਹੱਥਾਂ ਦੇ ਨਾਲ ਕੀਤਾ ਜਾਂਦਾ ਸੀ, ਹਲਾਂ ਦੇ ਨਾਲ ਕੀਤਾ ਜਾਂਦਾ ਸੀ। ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜਿਸ ਘਰ ਵਿੱਚ ਪੁੱਤਰ ਜਨਮ ਲਵੇਗਾ ਤੇ ਉਹ ਖੇਤੀਬਾੜੀ ਦਾ ਕੰਮ ਵੀ ਕਰੇਗਾ ਤੇ ਖੇਤੀਬਾੜੀ ਵਧੀਆ ਤਰੀਕੇ ਨਾਲ ਹੋਵੇਗੀ। ਇਸ ਲਈ ਬੇਟਾ ਲੋਹੜੀ ਦਾ ਸੰਬੰਧ ਜਿਹੜਾ ਕਿ ਇਹ ਕਿਸਾਨੀ ਜੀਵਨ ਦੇ ਨਾਲ ਵੀ ਜੁੜਿਆ ਹੋਇਆ ਹੈ। ਪਰ ਅੱਜ ਕੱਲ੍ਹ ਲੋਕਾਂ ਦੀ ਬੇਟਾ ਸੋਚ ਬਦਲ ਚੁੱਕੀ ਹੈ। ਧੀ ਦੇ ਜਨਮ ਲੈਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਗਈ ਹੈ। ਇਸ ਤੋਂ ਇਲਾਵਾ ਬੇਟਾ ਇਸ ਪਾਠ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਹੜੀ ਦਾ ਤਿਉਹਾਰ ਦਾ ਸੰਬੰਧ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ? ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਲੋਹੜੀ? ਤਿਲ ਪਲਸ ਰੋੜੀ। ਠੀਕ ਹੈ, ਵੀ ਕੁਐਸਚਨ ਆ ਸਕਦਾ ਹੈ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ? ਤਿਲ ਪਲਸ ਲੋਹੜੀ ਤੋਂ ਕੀ ਮਿਲ ਕੇ ਬਣਿਆ ਹੈ? ਲੋਹੜੀ ਸ਼ਬਦ ਬਣਿਆ ਹੈ।
ਤੇ ਕਦੋਂ ਬੇਟਾ ਤਿਉਹਾਰ ਮਨਾਇਆ ਜਾਂਦਾ ਹੈ? ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੋਹ ਦੀ ਆਖਰੀ ਰਾਤ ਨੂੰ ਇਹ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉਸ ਮਹੀਨੇ ਬੇਟਾ ਬਹੁਤ ਹੀ ਜ਼ਿਆਦਾ ਠੰਡ ਹੁੰਦੀ ਹੈ, ਕਿਸੇ ਦਾ ਵੀ ਰਜਾਈਆਂ ਵਿੱਚੋਂ ਨਿਕਲਣ ਦਾ ਦਿਲ ਨਹੀਂ ਕਰਦਾ। ਤੇ ਇਸਤਰੀਆਂ ਜਿਹੜੀ ਅਗਨੀ ਦੇਵੀ ਦਲਿੱਦਰ ਨੂੰ ਭੇਟ ਕਰਦੀਆਂ, ਦਲਿੱਦਰ ਮਤਲਬ ਆਲਸ ਨੂੰ, ਦਲਿੱਦਰ ਦਾ ਕੀ ਮੀਨਿੰਗ ਹੈ? ਆਲਸ ਨੂੰ ਭੇਟ ਕਰਦੀਆਂ ਹੋਈਆਂ ਕਹਿੰਦੀਆਂ ਹਨ ਕਿ ਉਹਨਾਂ ਦੇ ਜਿਹੜੇ ਘਰ ਦੇ ਨੌਜਵਾਨ ਮਰਦ ਹਨ, ਠੀਕ ਹੈ, ਫਿਰ ਤੋਂ ਚੁਸਤ ਹੋ ਕੇ ਜਿਹੜੇ ਕੀ ਕੰਮ ਕਰਨ ਲਈ ਜੁਟ ਜਾਣ। ਠੀਕ ਹੈ, ਕੋਟੇਸ਼ਨ ਵੀ ਹੈਗੀ ਨਾ, ਈਸ਼ਰ ਆਏ ਦਲਿੱਦਰ ਜਾਏ, ਭਾਵ ਕਿ ਈਸ਼ਰ ਆਏ ਦਲਿੱਦਰ ਜਾਏ ਮਤਲਬ ਹੈ ਕਿ ਕੁੜੀਆਂ ਇਸਤਰੀਆਂ ਘਰ ਦੀਆਂ ਇਸਤਰੀਆਂ ਅਗਨੀ ਦੇ ਵਿੱਚ ਦਲਿੱਦਰ ਨੂੰ ਭੇਟ ਕਰਦੀਆਂ ਹੋਈਆਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੀਆਂ ਹਨ ਕਿ ਉਹਨਾਂ ਦੇ ਘਰ ਦੇ ਨੌਜਵਾਨ ਫਿਰ ਤੋਂ ਚੁਸਤ ਹੋ ਕੇ ਹਿੰਮਤੀ ਹੋ ਕੇ ਕੰਮ ਕਰਨ ਲਈ ਜੁਟ ਜਾਣ ਤੇ ਆਲਸ ਦੂਰ ਹੋ ਜਾਵੇ। ਤੇ ਪਿੰਡਾਂ ਦੇ ਵਿੱਚ ਬੇਟਾ ਲੋਹੜੀ ਦਾ ਤਿਉਹਾਰ ਪਿੰਡ ਦੀ ਸਾਂਝੀ ਥਾਂ ਸੱਤ ਦੇ ਵਿੱਚ, ਸਾਂਝੀ ਥਾਂ ਨਹੀਂ ਲਿਖਣਾ, ਕਿਹੜੀ ਥਾਂ ਦਾ ਨਾਮ ਲਿਖਣਾ, ਜਦੋਂ MCQ ਆਏਗਾ ਉਹਦਾ ਨਾਮ ਲਿਖਣਾ ਕਿਹੜੀ ਥਾਂ ਤੇ, ਸੱਤ ਦੇ ਵਿੱਚ ਮਨਾਇਆ ਜਾਂਦਾ ਹੈ। ਪਿੰਡਾਂ ਦੇ ਲੋਕ ਇਕੱਠੇ ਮਿਲ ਜੁਲ ਕੇ ਤਿਉਹਾਰ ਨੂੰ ਮਨਾਉਂਦੇ ਆ, ਜਦਕਿ ਸ਼ਹਿਰਾਂ ਦੇ ਵਿੱਚ ਇਹ ਤਿਉਹਾਰ ਬੇਟਾ ਘਰ ਦੇ ਵਿੱਚ, ਵਿਹੜਿਆਂ ਦੇ ਵਿੱਚ ਜਾਂ ਗਲੀ ਮੁਹੱਲੇ ਦੇ ਲੋਕ ਜਿਹੜੇ ਕਿ ਰਲ ਮਿਲ ਕੇ ਤਿਉਹਾਰ ਨੂੰ ਮਨਾਉਂਦੇ ਹਨ। ਪਹਿਲੇ ਸਮੇਂ ਦੇ ਵਿੱਚ ਬੇਟਾ ਲੋਹੜੀ ਦੇ ਲਈ ਗੱਚਕ, ਰਿਓੜੀਆਂ ਆਦਿ ਵੰਡੇ ਜਾਂਦੇ ਸੀ, ਪਰ ਅੱਜ ਕੱਲ੍ਹ ਮਠਿਆਈਆਂ ਜਾਂ ਹੋਰ ਬਹੁਤ ਸਾਰੇ ਜਿਹੜੇ ਕੀ ਇਹ ਤਿਉਹਾਰ ਬਹੁਤ ਸਾਰੀ ਚੀਜ਼ਾਂ ਵੰਡੀਆਂ ਜਾਂਦੀਆਂ ਹਨ। ਅੰਤ ਦੇ ਵਿੱਚ ਬੇਟਾ ਲੋਹੜੀ ਚੈਪਟਰ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਲੋਹੜੀ ਦਾ ਸੰਬੰਧ ਨਾਲ ਇੱਕ ਕਥਾ ਜੁੜੀ ਹੋਈ ਹੈ। ਕਿਹੜੀ ਕਥਾ ਜੁੜੀ ਹੋਈ ਹੈ? ਦੁੱਲਾ ਭੱਟੀ ਨਾਂ ਦੀ ਕਥਾ ਜੁੜੀ ਹੋਈ ਹੈ। ਦੁੱਲਾ ਭੱਟੀ ਨਾਂ ਦੀ ਕੀ ਜੁੜੀ ਹੈ ਬੇਟਾ? ਕਥਾ ਜੁੜੀ ਹੋਈ ਹੈ। ਦੁੱਲਾ ਭੱਟੀ ਕੌਣ ਸੀ ਬੇਟਾ? ਇੱਕ ਡਾਕੂ ਸੀ। ਦੁੱਲਾ ਭੱਟੀ ਕੌਣ ਸੀ? ਇੱਕ ਡਾਕੂ ਸੀ, ਪਰ ਚੰਗਾ ਇਨਸਾਨ ਸੀ। ਠੀਕ ਹੈ, ਉਸ ਇਲਾਕੇ ਦੇ ਵਿੱਚ ਹਾਕਮ ਰਹਿੰਦਾ ਸੀ ਜੋ, ਠੀਕ ਹੈ, ਉਸ ਇਲਾਕੇ ਦਾ ਹਾਕਮ ਬੜਾ ਹੀ ਜਿਹੜਾ ਕੀ ਹੈ ਜ਼ਾਲਮ ਸੀ। ਇੱਕ ਦਿਨ ਬੇਟਾ ਕੀ ਹੁੰਦਾ, ਇੱਕ ਬ੍ਰਾਹਮਣ ਹੁੰਦਾ ਹੈ, ਉਹਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ, ਕਥਾ ਕਿਹੜੀ ਜੁੜੀ ਹੈ ਬੇਟਾ? ਸੁੰਦਰੀ ਤੇ ਮੁੰਦਰੀ ਨਾਂ ਦੀ ਕਥਾ ਜੁੜੀ ਹੋਈ ਹੈ। ਉਸ ਇਲਾਕੇ ਦਾ ਹਾਕਮ ਉਹਨਾਂ ਦੋਨਾਂ ਲੜਕੀਆਂ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਕਰਕੇ ਵਿਚਾਰਾ ਦੋਨਾਂ ਲੜਕੀਆਂ ਦਾ ਪਿਓ ਗਰੀਬ ਬ੍ਰਾਹਮਣ ਹੁੰਦਾ ਹੈ ਤੇ ਕੁਝ ਵੀ ਨਹੀਂ ਕਰ ਪਾਉਂਦਾ। ਉਹ ਬੜਾ ਉਦਾਸ ਤੇ ਨਿਰਾਸ਼ ਹੋ ਕੇ ਬੇਟਾ ਜੰਗਲ ਦੇ ਵਿੱਚੋਂ ਜਾ ਰਿਹਾ ਹੁੰਦਾ ਹੈ। ਉੱਥੇ ਉਹਨਾਂ ਨੂੰ ਦੁੱਲਾ ਭੱਟੀ ਨਾਂ ਦਾ ਕੀ ਮਿਲਦਾ ਹੈ? ਡਾਕੂ ਮਿਲਦਾ ਹੈ, ਤੇ ਸਾਰੀ ਕਥਾ ਉਹਦੇ ਕੋਲੋਂ ਬ੍ਰਾਹਮਣ ਕੋਲੋਂ ਸੁਣਦਾ ਹੈ। ਤੇ ਉਹ ਬ੍ਰਾਹਮਣ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਜਿਨ੍ਹਾਂ ਨਾਲ ਤੁਹਾਡੀ ਕੁੜੀਆਂ ਦੀ ਮੰਗਣੀ ਹੋਈ ਹੈ ਉਹਨਾਂ ਨੂੰ ਇੱਥੇ ਹੀ ਬੁਲਾ ਲਿਆਓ, ਮੈਂ ਇਹਨਾਂ ਦਾ ਵਿਆਹ ਕਰਵਾਉਣਾ ਹਾਂ। ਤੇ ਬੇਟਾ ਉਹ ਦੁੱਲਾ ਭੱਟੀ ਉਹਨਾਂ ਲੜਕੀਆਂ ਦਾ ਵਿਆਹ ਕਰਵਾ ਦਿੰਦਾ ਹੈ, ਜੰਗਲ ਦੇ ਵਿੱਚ ਲੱਕੜੀਆਂ ਨੂੰ ਅੱਗ ਬਾਲ ਕੇ। ਤੇ ਉਸ ਸਮੇਂ ਉਸਦੇ ਕੋਲੋਂ ਸ਼ਗਨ ਦੇ ਲਈ ਸਿਰਫ ਸ਼ੱਕਰ ਹੀ ਹੁੰਦਾ ਵੀ ਮਨ ਮੈਂ ਇਹ ਵੀ ਬੇਟਾ MCQ ਦੇ ਵਿੱਚ ਆ ਸਕਦਾ ਹੈ। ਦੁੱਲਾ ਭੱਟੀ ਸ਼ਗਨ ਦੇ ਵਜੋਂ ਕੀ ਦਿੰਦਾ? ਇੱਕ ਸ਼ੱਕਰ, ਠੀਕ ਹੈ, ਸ਼ੱਕਰ, ਠੀਕ ਹੈ, ਸ਼ੱਕਰ ਦਿੰਦਾ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਉਸੇ ਤਰ੍ਹਾਂ ਬੇਟਾ ਗੀਤ ਵੀ ਜੁੜਿਆ ਹੋਇਆ ਹੈ, ਸੁੰਦਰ ਮੁੰਦਰੀ ਹੋ ਤੇਰਾ ਕੌਣ ਵਿਚਾਰਾ, ਭਾਵ ਕਿ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਲੜਕੀਆਂ ਸਨ। ਤੇਰਾ ਕੌਣ ਵਿਚਾਰਾ, ਉਹਨਾਂ ਦੀ ਰੱਖਿਆ ਕਿੰਨੇ ਕੀਤੀ? ਦੁੱਲਾ ਭੱਟੀ ਵਾਲਾ, ਭਾਵ ਕਿ ਦੁੱਲੇ ਭੱਟੀ ਨੇ ਉਹਦੀ ਰੱਖਿਆ ਕੀਤੀ। ਛੇ ਸ਼ੱਕਰ ਪਾਈ, ਝੋਲੀ ਦੇ ਵਿੱਚ ਇਹਨਾਂ ਨੇ ਕੀ ਪਾਈ ਸੀ? ਸ਼ਗਨ ਦੇ ਵਜੋਂ ਸ਼ੱਕਰ ਪਾਈ ਸੀ। ਦੁੱਲੇ ਧੀ ਵਿਆਹੀ, ਦੁੱਲੇ ਨੇ ਕੀ ਕੀਤਾ? ਧਰਮ ਪਿਤਾ ਬਣ ਕੇ ਉਹਨਾਂ ਦਾ ਵਿਆਹ ਕਰਵਾਇਆ। ਇਸ ਪ੍ਰਕਾਰ ਇਹਦੇ ਨਾਲ ਇੱਕ ਕਥਾ ਜੁੜੀ ਹੋਈ ਹੈ, ਦੁੱਲਾ ਭੱਟੀ ਨਾਂ ਦੀ ਕਥਾ ਜੁੜੀ ਹੋਈ ਹੈ। ਤੇ ਅੰਤ ਦੇ ਵਿੱਚ ਬੇਟਾ ਇਸ ਚੈਪਟਰ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਕੁੜੀਆਂ ਦੇ ਜਨਮ ਲੈਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਜਾਏਗੀ। ਕਿਉਂ? ਕਿਉਂਕਿ ਬੇਟਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਕੁੜੀਆਂ ਕਿੰਨੀਆਂ ਪੜ੍ਹ ਲਿਖ ਗਈਆਂ, ਮੁੰਡਿਆਂ ਤੋਂ ਅੱਗੇ ਆਪਣੇ ਪੈਰਾਂ ਤੇ ਖੜੀਆਂ, ਇਸ ਲਈ ਉਹ ਦਿਨ ਦੂਰ ਨਹੀਂ ਜਦੋਂ ਕੁੜੀਆਂ ਦੇ ਜਨਮ ਲੈਣ ਤੇ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਣ ਲੱਗ ਪਵੇਗਾ। ਕਲੀਅਰ ਬੇਟਾ ਦੋਨੇ ਚੈਪਟਰ? ਹੁਣ ਬੇਟਾ ਅਸੀਂ ਕਵਿਤਾ ਕਰਾਂਗੇ ਗੁਲਾਬ ਦੀ ਫਸਲ। ਗੁਲਾਬ ਦੀ ਫਸਲ ਬੇਟਾ ਕਵਿਤਾ ਵਿੱਚ ਜਿਹੜਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ, ਠੀਕ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਲਾ ਸ਼ੇਰੀ ਨੂੰ ਪੇਸ਼ ਕੀਤਾ ਗਿਆ। ਕਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਿੱਖਾਂ ਦੇ ਵਿੱਚ ਹੱਲਾ ਸ਼ੇਰੀ ਪੈਦਾ ਕੀਤੀ। ਗੁਲਾਬ ਦੀ ਫਸਲ ਕਵਿਤਾ ਕਿਹਦੀ ਲਿਖੀ ਬੇਟਾ? ਹਰਭਜਨ ਸਿੰਘ ਹੁੰਦਲ ਦੀ ਲਿਖੀ ਹੋਈ ਹੈ। ਇਸ ਵਿੱਚ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਬਾਰੇ ਦੱਸਿਆ ਗਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖਾਂ ਦੇ ਵਿੱਚ ਜਿਹੜਾ ਕਿ ਜੋਸ਼ ਪੈਦਾ ਕੀਤਾ, ਉਹਨਾਂ ਨੂੰ ਹਿੰਮਤ ਦਿੱਤੀ। ਬੇਟਾ ਕੁਐਸਚਨ ਆ ਸਕਦਾ MCQ ਦੇ ਵਿੱਚ, ਕਵਿਤਾ ਕਿਹਦੀ ਲਿਖੀ ਹੋਈ ਹੈ? ਹਰਭਜਨ ਸਿੰਘ ਹੁੰਦਲ ਦੀ। ਤੇ ਸਿੱਖਾਂ ਨੂੰ ਹੱਲਾ ਸ਼ੇਰੀ ਕਿਹਨੇ ਦਿੱਤੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ। ਤੇ ਕਾਫੀ ਆਪਾਂ ਬੰਦ ਕਿੰਨੇ ਕਟਵਾਏ ਸੀ? ਬੰਦ ਭਾਈ ਮਨੀ ਸਿੰਘ ਦੇ ਕੱਟੇ ਗਏ ਸਨ। ਇਸ ਕਵਿਤਾ ਵਿੱਚ ਬੇਟਾ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਹੱਲਾ ਸ਼ੇਰੀ ਦਿੱਤੀ ਤੇ ਉਹਨਾਂ ਦੇ ਵੀ ਜਿਹੜਾ ਕਿ ਜੋਸ਼ ਪੈਦਾ ਕੀਤਾ। ਸਿੱਖਾਂ ਵਿੱਚ ਇੰਨੀ ਜ਼ਿਆਦਾ ਹਿੰਮਤ ਸੀ ਕਿ ਚਾਹੇ ਮੀਰ ਮਨੂੰ ਜਿਹੜਾ ਕਿ ਉਹਨਾਂ ਦੇ ਸਿਰ ਵੜਦਾ ਸੀ, ਪਰ ਫਿਰ ਵੀ ਉਹਨਾਂ ਨੇ ਜਿਹੜਾ ਕਿ ਹੌਸਲਾ
ना छड्डिया। बंद बंद किदे कट्टे गए? बंद बंद भाई मनी सिंह दे कट्टे गए। गुरु भाई मती दास जी नूं बेटा आरे नाल चीरिया गया, फिर भी उन्होंने धर्म कबूल जिहड़ा कि ये इस्लाम धर्म कबूल ना किया। छोटे साहिबजादियां नूं बेटा तुहानूं पता ही किस तरह की छोटे साहिबजादियां नूं जिन्ना ही सरहद दी दीवार दे विच चिनवाता गया सी, ठीक है, पर फिर भी उन्होंने जिहड़ा कि हौसला ना हारिया। गुरु अर्जन देव जी नूं सिखां दे पंजवें गुरु नूं तत्ती तवी उत्ते बिठाया गया, फिर भी उन्होंने परमात्मा का भाणा मिठा करके मन्निया। बाबा दीप सिंह ने बटा अपना सीस तली ते धर के, बाबा दीप सिंह ने अपना सीस तली उत्ते धर के श्री हरिमंदर साहिब अमृतसर की रक्षा की, फिर भी उन्हें हिम्मत ना हारे। इस तरह बेटा उन्हें इस पाठ में दसिया, कविता में भी दसिया कि किस तरह सिखा ने अपन कुर्बानियां दे के देश के कौम की रक्षा की। बेटा इस कविता में भी दसिया गया कि किस तरह जिहड़े कि उत्थों दे हाकम इन्ने ज़्यादा राजे जालम सन कि वो मावां दे सामने ही उन्होंने जिगर के टोटियां भाव कि उन्होंने बच्चों के टोटे करके बेटा उन्होंने झोलियां दे विच पाउंदे सन, फिर भी मावां डरियां नहीं, घबराइयां नहीं, उन्होंने अपने बच्चों के डकरे तक अपनी झोलियां दे विच पाए। बेटा सोच के देखो नज़ारा किहो जिहा होएगा, किहो जी स्थिति होएगी, किस तरह मावां ने अपनी झोलियां दे विच अपने बच्चों के कट्टे हुए रंग जिहड़े कि अपनी झोली दे विच पवाए, फिर भी मावां जिहड़ा कि हौसला ना हारियां, क्योंकि उन्होंने हल्लाशेरी की दित्ती सी श्री गुरु गोबिंद सिंह जी ने दित्ती सी। किस प्रकार बेटा इस पाठ कविता जी दसिया गया है कि सानू जदों भी देश कौम नूं लोड़ पवे सानू हर कुर्बानी देने के लिए तैयार रहना चाहिए है। बेटा इहदा कावंश आएगा, कावंश दे बेटा ध्यान नाल क्वेश्चन पढ़ने, फिर ही उहदा आंसर दसना है। जिवें बंद बंद किते कट्टे गए सन? बाबा सॉरी भाई मनी सिंह दे आरे नाल किहनूं चीरिया गया सी? भाई मती दास जी नूं। सिखां दे सिरां दा मुल किसने पाया? मीर मन्नू ने पाया। या आरे नाल किहनूं चीरिया गया? भाई मती दास जी नूं। तत्ती तवी उत्ते किसनूं बिठाया गया सी बेटा? तत्ती तवी उत्ते श्री गुरु अर्जन देव जी नूं बिठाया गया, फिर भी उन्होंने रब दा भाणा मिठा करके मन्निया। या सीस तली ते किन्ने रखिया सी? बाबा दीप सिंह ने। सीसगंज गुरुद्वारा किसकी याद विच बनाया गया है? श्री गुरु तेग बहादुर जी की याद दे विच बनाया गया है। सरहद दी दीवार दे विच किहनूं चिनवाया गया सी? छोटे साहिबजादियां नूं चिनवाया गया सी। ते वड्डे साहिबजादे कित्थे लड़दे लड़दे शहीद हो गए? चमकौर दी लड़ाई दे विच लड़दे लड़दे शहीद हो गए। एक क्वेश्चन है बेटा किन्हां सतरां दे विच दस्सिया कि उन्हां विच बड़ा हौसला सी, जिवें तत्ती तवी ते बैठ अडोल रही है ना, किथे गुरु अर्जन देव जी तत्ती तवी ते बैठे भी अडोल दे। जां सिखां दे सिरां दा मुल किसने पाया सी? मीर मन्नू ने पाया सी। भाव कि जो सिखां दे सिर वढ के लिआंदा सी ओहदे बदले उन्हां नूं की दिंदा सी? पैसे दिंदा सी, उन्हां दा मुल दिंदा सी। इस प्रकार के क्वेश्चन बेटा तुहानूं कावंश आउणगे ते केंद्री भाव जिहड़ा कि इस लैसन दा आएगा। क्लीयर है बेटा? हुण असीं नैक्सट है कविता धरती कविता। फोर्थ चैप्टर है कविता धरती कविता, कुलदीप सिंह की लिखी हुई है। इस कविता दे विच कवि ने धरती दे पैदा होने की, ठीक है, कथा नूं सुनाया है। इस कविता दे विच कवि ने धरती दे पैदा होने की कथा नूं सुनाया है। ਲੱਖਾਂ ਸਾਲ ਕਰੋੜਾਂ ਸਾਲ ਪਹਿਲਾਂ ਜਾਂ ਹਜ਼ਾਰਾਂ ਸਾਲ ਪਹਿਲਾਂ ਧਰਤੀ ਜਿਹੜਾ ਕਿ ਸੂਰਜ ਦਾ ਇੱਕ ਹਿੱਸਾ ਕਿੱਥੇ ਗਿਰਿਆ ਸੀ? ਧਰਤੀ ਤੇ ਗਿਰਿਆ ਸੀ, ਜਿਸ ਕਰਕੇ ਧਰਤੀ ਪਹਿਲਾਂ ਕੀ ਸੀ? ਭਖਦੀਆਂ ਹੋਈਆਂ ਗੈਸਾਂ ਦਾ ਇੱਕ ਗੋਲਾ ਸੀ। ਪਰ ਹੌਲੀ ਹੌਲੀ ਸਮੇਂ ਦੇ ਅਨੁਸਾਰ ਧਰਤੀ ਕੀ ਹੋ ਗਈ? ਠੰਡੀ ਹੋ ਗਈ ਤੇ ਅੱਜ ਕਿਸ ਰੂਪ ਵਿੱਚ ਦਿਖਾਈ ਦਿੰਦੀ ਹੈ? ਮਿੱਟੀ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਜੇ ਕੁਐਸਚਨ ਆ ਜਾਵੇ ਧਰਤੀ ਪਹਿਲਾਂ ਕਿਹੋ ਜਿਹੀ ਸੀ ਤਾਂ ਤੁਸੀਂ ਕੀ ਲਿਖੋਗੇ? ਭਖਦੀਆਂ ਗੈਸਾਂ ਦਾ ਗੋਲਾ ਸੀ। ਜੇ ਕੁਐਸਚਨ ਆ ਜਾਵੇ ਧਰਤੀ ਅੱਜ ਕਿਹੋ ਜਿਹੀ ਹੈ, ਫਿਰ ਤੁਸੀਂ ਕੀ ਲਿਖੋਗੇ? ਅੱਜ ਧਰਤੀ ਮਿੱਟੀ ਦੀ ਢੇਰੀ ਹੈ। मैं शब्द के लिए वरत्या गया है, मैं शब्द के लिए वरत्या गया, धरती नहीं वरत्या गया है। धरती किसकी बेटी है? सूरज की ही बेटी है। क्यों सूरज की बेटी है? क्योंकि जिहड़ा कि लख करोड़ हज़ारां साल पहला सूरज का एक हिस्सा धरती ते गिरिया सी, इसलिए धरती की बेटी है, सूरज की ही बेटी है। जदों धरती सूरज दुआले घूमती है तो की हुंदा है? तां रुत्तां आउंदियां हन, जिवें गर्मी, सर्दी, बसंत ते सियाल। ਤੇ ਜਦੋਂ ਬੇਟਾ ਧਰਤੀ ਆਪਣੀ ਧੂਰੀ ਦੁਆਲੇ ਹੀ ਲਾਟੂ ਵਾਂਗ ਘੁੰਮਦੀ ਹੈ ਤਾਂ ਕੀ ਹੁੰਦਾ ਹੈ? ਜਦੋਂ ਧਰਤੀ ਆਪਣੀ ਧੂਰੀ ਦੁਆਲੇ ਲਾਟੂ ਵਾਂਗ ਘੁੰਮਦੀ ਹੈ ਤਾਂ ਕੀ ਹੁੰਦਾ ਬੇਟਾ? ਦਿਨ ਅਤੇ ਰਾਤ ਬਣਦੇ ਹਨ। ਸਾਰੇ ਲੋਕ ਅੰਤ ਦੇ ਵਿੱਚ ਕਵਿਤਾ ਦੇ ਕਵੀ ਨੇ ਦੱਸਿਆ ਕਿ ਸਾਰੇ ਲੋਕ ਧਰਤੀ ਨੂੰ ਧਰਤੀ ਮਾਂ ਕਹਿ ਕੇ ਸਤਿਕਾਰ ਕਰਦੇ ਹਨ। ਇਸ ਤਰ੍ਹਾਂ ਦੇ ਬੇਟਾ ਤੁਹਾਨੂੰ ਕੁਐਸਚਨ ਆਣਗੇ ਐਮਸੀਕਿਊਜ਼ ਦੇ ਵਿੱਚ ਵੀ। ਕੇਂਦਰੀ ਭਾਵ ਤੇ ਬੇਟਾ कविता किसने लिखी हुई है? कविता किसने लिखी है? कुलदीप सिंह की लिखी हुई है।
क्लियर है बेटा? तो चारे चैप्टर धरती कविता, नैक्सट चैप्टर लोहड़ी चैप्टर रविंद्रनाथ टैगोर ते गुलाब की फसल चैप्टर आएंगे। हुण बेटा असी विरोधी शब्द रिवाइज करांगे। रिवाइज करांगे विरोधी शब्द। फर्स्ट है गाउना सुनना, ठीक है, किसी चीज को गाउना सुनना। चढ़ी उतरी, गुण अवगुण, नीवा उच्चा, टहकना कुमलाउना। टहकना मतलब बेटा जो फुल टहकते ना खिलते हैं कहते टहकना। कुमलाउना यानी कि मुरझा जाना। नफा नुकसान, नफा का नुकसान, ठीक है। नेक्स्ट है टिब्बा टोया, नरक स्वर्ग, पूरा ववा पैना बेटा। ठाकर सेवक, ठाकर आप मालक ਨੂੰ ਕਹਿੰਦੇ ਆ परमात्मा ਨੂੰ। पक्षपाती निरपक्ष, त्रिकाला सवेर, त्रिकाला का की मीनिंग है बेटा शाम, ठीक है, त्रिकाला सवेर। प्रसन्न उदास, थुड़ बोहलता, थुड़ दा बोहलता। नेक्स्ट है पूरा अधूरा, अद्धा यानी कि दाता भिखारी, दाता जो परमात्मा सानू सारिਆਂ ਨੂੰ देने वाले ਨੂੰ ਕਹਿੰਦੇ ਆ दाता। पदरा खुरदरा। नेक्स्ट है परतक गुज्जा, परतक जो साडे सामने होवे, गुज मतलब जो लुको के रखे। धनवान निर्धन, धनवान का किवें हुंदा अमीर, पर अगर आप अमीर का गरीब नहीं लिखांगे, धनवान का निर्धन ही लिखांगे। जे अमीर आ जाए तो गरीब लिखना है, जे धनवान आ जाए तो निर्धन ही लिखना है। प्यारा दुर प्यारा, धरना धरना ठीक है चुक लेना। झिड़क दिलासा देना। गिला सुक्का, चातर, चातर मतलब चलाक सीधा। टोट फुलडुल, टोट मतलब टोकना। धुप छां, टिकवा फिरवा, टिकवा मतलब जो टिक के बैठे। नकल असल, अकल लिखा है था असल आएगा, एड़ा ससा लल्ला। नेक्स्ट है टुरना, टुरना तत्ते ना, टुरना खलोना। तिखा खुंडा, नरक स्वर्ग, पाप पुण्य। तजुर्बेकार अल्लड़, तजुर्बेकार मतलब एक्सपीरियंस। पेंडू शहरी, दलेर डरू या डरपोक, डरू भी आ सकता है डरपोक भी आ सकता है। पक्का कच्चा, प्यार नफरत, प्रीत क्रीना, डिठा अनडिठा, अनडिठा मतलब अनसीन पैसेज। प्रगट गुप्त, धरती आकाश, ध्यान अनगैली। गरम ठंडा, चढ़दी कला टहदी कला। टंगना लाउना, तीर अधीर, टिकाना बेटिकाना जिदा कोई टिकाना ना होवे। न्या अन्या, टुट्टा साबत, नरम सखत। तरना डुबना, ठीक है, तरना या तैरना, तरना डुबना। पढ़िया अनपढ़िया, पिंड शहर। थे आबादी, थे का मतलब उजाड़ जगह, थे का की मीनिंग है उजाड़ जिथे कोई भी ना रहे। आबादी। पोला, पोला मतलब सॉफ्ट। निग्गर मजबूत मतलब। दृश्य अदृश्य, दृश्य मतलब जो दिखाई देवे, अदृश्य जो दिखाई ना देवे। प्रगट गुप्त, देसी विदेशी। प्रदेश स्वदेश यानी कि अपना देश। धनवादी कृतकन, जो किसी की कीती हुई नेकी नू ना जाने, ठीक है, धनवादी जो किसी की कीती हुई नेकी नू जाने, ते कृतगन जो किसी की कीती हुई नेकी नू ना जाने, ते कृतगन। खिचवा ढिलवा, वसना उजड़ना, वसना उजड़ना। क्लियर है बेटा? एक बार बेटा बेटा ਜਦੋਂ ਵੀ ਤੁਹਾਨੂੰ ਤਸਵੀਰ ਦੇ ਵਿੱਚ ਬੇਟਾ ਪਿੱਛੇ ਪਹਾੜ ਦਿਖਾਈ ਦੇਣ, ठीक है, झरने दिखाई देन, पेड़ पौधे दिखाई देन, तो तस्वीर की एक दृश्य वर्णन है, एक नज़ारा है। देखो केड़ी तस्वीर एक नज़ारे दी है, दृश्य वर्णन दी है। तुसीं ओहदे च की लिखोगे ये तस्वीर जिहड़ी की है नज़ारा बहुत वधिया नज़ारा पेश कर रही है, या ये तस्वीर दृश्य ये तस्वीर जिहड़ा कि बहुत वधिया नज़ारा पेश कर रही है। बेटा तुसीं ये नहीं लिखना इस तस्वीर दे विच पहाड़ दिखाई दे रहे हैं, उच्चे उच्चे पहाड़ दिखाई दे रहे हैं, आले दुआले पेड़ पौधे दिखाई दे रहे हैं, ठीक है, पानी झरना दिखाई दे रहा है या पानी दिखाई दे रहा है। कुदरत बहुत ही ज्यादा जिहड़ी कि सोहनी लग रही है। जो भी दृश्य वर्णन आवे तो पीली लाइन की लिखनी बेटा, ये तस्वीर बड़ा ही
ਜਿਹੜਾ ਕਿ ਮਨਮੋਹਕ ਜਿਹੜਾ ਕਿ ਨਜ਼ਾਰਾ ਪੇਸ਼ ਕਰੀ ਜਾਏ, ਨਜ਼ਾਰਾ ਬੜਾ ਹੀ ਮਨਮੋਹਕ ਹੈ। ਨੈਕਸਟ ਤਸਵੀਰ ਸੀ ਬੇਟਾ ਤੁਹਾਨੂੰ ਮੈਂ ਦਿੱਤੀ ਸੀ ਸਵੇਰ ਦੀ ਸਭਾ ਦੇ ਵਿੱਚ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚੇ ਜਿਹੜੀ ਕਿ ਪ੍ਰਾਰਥਨਾ ਕਰ ਰਹੇ ਸੀ, ਸਾਰੇ ਬੱਚਿਆਂ ਨੇ ਯੂਨੀਫਾਰਮ ਪਾਈ ਹੋਈ ਸੀ, ਬੱਚੇ ਪ੍ਰਾਰਥਨਾ ਕਰ ਰਹੇ ਸੀ। ਉਸ ਤਸਵੀਰ ਤੁਸੀਂ ਕੀ ਲਿਖਣਾ ਸੀ ਬੇਟਾ, ਲਿਖਣਾ ਸੀ ਇਸ ਤਸਵੀਰ ਦੇ ਵਿੱਚ ਜਿਹੜੇ ਸਾਰੇ ਬੱਚੇ ਹੱਥ ਜੋੜ ਕੇ, ਸਾਰਿਆਂ ਨੇ ਇੱਕੋ ਜਿਹੀ ਵਰਦੀ ਪਾਈ ਹੋਈ ਹੈ, ਹੱਥ ਜੋੜ ਕੇ ਸਾਰੇ ਬੱਚੇ ਖੜੇ ਹੋਏ ਹਨ, ਜਿਹੜੇ ਕਿ ਉਹ ਪ੍ਰਾਰਥਨਾ ਕਰ ਰਹੇ ਹਨ। ਇਹ ਜਿਹੜੀ ਕਿ ਸਵੇਰ ਦੀ ਸਭਾ ਦੀ ਤਸਵੀਰ ਹੈ। ਕਿਸ ਦੀ ਤਸਵੀਰ ਹੈ? ਇਹ ਤਸਵੀਰ ਦੀ ਸਭਾ ਦੀ ਤਸਵੀਰ ਹੈ, ਭਾਵ ਕਿ ਮਾਰਨਿੰਗ ਅਸੈਂਬਲੀ ਦੀ। ਹਰ ਸਕੂਲ ਦੇ ਵਿੱਚ ਸਵੇਰ ਦੀ ਸਭਾ ਹੁੰਦੀ ਹੈ, ਜਿੱਥੇ ਬੱਚਿਆਂ ਨੂੰ ਜਿਹੜਾ ਕਿ ਚੰਗੇ ਜਿਹੜੇ ਕਿ ਗੱਲਾਂ ਸਿਖਾਈਆਂ ਜਾਂਦੀਆਂ ਹਨ। ਥਰਡ ਤਸਵੀਰ ਸੀ ਬੇਟਾ ਟ੍ਰੈਫਿਕ ਦੀ, ਠੀਕ ਹੈ, ਜਿਹਦੇ ਵਿੱਚ ਗੱਡੀਆਂ ਦੇ ਬਹੁਤ ਜ਼ਿਆਦਾ ਜਿਹੜੀ ਗੱਡੀਆਂ ਦਿਖਾਈਆਂ ਗਈਆਂ ਸੀ। ਉਹਦੇ ਵਿੱਚ ਕੀ ਲਿਖਣਾ ਸੀ ਬੇਟਾ, ਇਹ ਤਸਵੀਰ ਜਿਹੜੀ ਕੀ ਹੈ ਟ੍ਰੈਫਿਕ ਨੂੰ ਦਰਸਾ ਰਹੀ ਹੈ। ਇਹ ਤਸਵੀਰ ਕਿਸ ਨੂੰ ਦਰਸਾ ਰਹੀ ਹੈ? ਚਿੱਤਰ ਟ੍ਰੈਫਿਕ ਨੂੰ ਦਰਸਾ ਰਿਹਾ ਹੈ, ਠੀਕ ਹੈ। ਬਹੁਤ ਜ਼ਿਆਦਾ ਗੱਡੀਆਂ ਦੀ ਭੀੜ ਹੈ। ਅੱਜ ਹਰ ਇਨਸਾਨ ਕੋਲੋਂ ਗੱਡੀਆਂ ਕਾਰਾਂ ਹਨ। ਜੇ ਕਿਸੇ ਨੇ ਥੋੜੀ ਜਿਹੀ ਵੀ ਦੂਰੀ ਤੇ ਜਾਣਾ ਹੋਵੇ, ਉਹ ਗੱਡੀਆਂ ਤੇ ਕਾਰਾਂ ਦਾ ਇਸਤੇਮਾਲ ਕਰਦਾ ਹੈ। ਛੋਟੇ ਛੋਟੇ ਬਾਜ਼ਾਰਾਂ ਦੇ ਵਿੱਚ ਜਿਹੜਾ ਗੱਡੀਆਂ ਲੈ ਕੇ ਚਲੇ ਜਾਂਦੇ ਹਨ ਲੋਕ, ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ, ਪੈਦਲ ਚੱਲਣਾ ਵੀ ਔਖਾ ਹੋ ਜਾਂਦਾ ਹੈ। ਗੱਡੀਆਂ ਦੇ ਕਰਕੇ ਬੇਟਾ ਬਹੁਤ ਜ਼ਿਆਦਾ ਪ੍ਰਦੂਸ਼ਣ ਵੀ ਫੈਲ ਰਿਹਾ ਹੈ, ਠੀਕ ਹੈ। ਇਹ ਤਸਵੀਰ ਜਿਹੜੀ ਕਿ ਟ੍ਰੈਫਿਕ ਨੂੰ ਦਰਸਾ ਰਹੀ ਹੈ, ਇਹ ਤਸਵੀਰ ਦੇ ਵਿੱਚ ਸੀ। ਨੈਕਸਟ ਬੇਟਾ, ਅਗਰ ਬੇਟਾ ਜੇ ਕੋਈ ਤਿਉਹਾਰ ਦੀ ਤਸਵੀਰ ਆਵੇ, ਜਿਵੇਂ ਹੁਣ ਜਿਵੇਂ ਦੀਵਾਲੀ ਦੀ, ਜਿਵੇਂ ਸਾਈਡ ਤੇ ਮੋਮਬੱਤੀਆਂ ਜਗ ਰਹੀਆਂ ਹੈ, ਠੀਕ ਹੈ, ਆਤਿਸ਼ਬਾਜ਼ੀ ਚੱਲ ਰਹੀ ਹੈ, ਤਾਂ ਕੀ ਲਿਖੋਗੇ? ਇਹ ਤਸਵੀਰ ਜਿਹੜੀ ਕਿ ਦੀਵਾਲੀ ਦੇ ਤਿਉਹਾਰ ਦੀ ਹੈ। ਜਾਂ ਬੇਟਾ ਜੇ ਚਾਰ ਪੁਤਲੇ ਬਣਾਏ ਗਏ ਹਨ, ਰਾਵਣ, ਮੇਘਨਾਥ, ਕੁੰਭਨਾਥ ਦੇ, ਫਿਰ ਕੀ ਲਿਖੋਗੇ? ਦੁਸਹਿਰੇ ਦੀ ਤਸਵੀਰ ਹੈ, ਠੀਕ ਹੈ। ਜਿਵੇਂ ਜੋ ਮੋਮਬੱਤੀਆਂ ਜਗ ਰਹੀਆਂ ਹੈ, ਠੀਕ ਹੈ, ਪਿੱਛੇ ਪਟਾਕੇ ਚੱਲ ਰਹੇ ਹਨ, ਆਤਿਸ਼ਬਾਜ਼ੀਆਂ ਚੱਲ ਰਹੀਆਂ, ਤੇ ਕੀ ਲਿਖੋਗੇ? ਇਹ ਤਸਵੀਰ ਦੀਵਾਲੀ ਦੇ ਤਿਉਹਾਰ ਨਾਲ ਸੰਬੰਧਿਤ ਹੈ, ਪਟਾਕੇ ਚੱਲ ਰਹੇ ਹਨ, ਮੋਮਬੱਤੀਆਂ ਲੱਗੀਆਂ ਹੋਈਆਂ ਹਨ। ਇਸ ਤਿਉਹਾਰ ਦਾ ਸੰਬੰਧ ਜਿਹੜਾ ਕਿ ਹਿੰਦੂ ਤੇ ਸਿੱਖ ਧਰਮ ਦੋਨਾਂ ਨਾਲ ਜੁੜਿਆ ਹੋਇਆ ਹੈ। ਹਿੰਦੂ ਲੋਕ ਇਸ ਲਈ ਮਨਾਉਂਦੇ ਹਨ ਕਿਉਂਕਿ ਸ਼੍ਰੀ ਰਾਮ ਚੰਦਰ ਜੀ ਜਿਹੜਾ ਕੀ ਹੈ 14 ਸਾਲਾਂ ਬਾਅਦ ਰਾਵਣ ਨੂੰ ਮਾਰ ਕੇ ਵਾਪਿਸ ਆਏ ਸਨ। ਇਹ ਤਿਉਹਾਰ ਸੱਚਾਈ ਦੀ ਜਿੱਤ ਅਤੇ ਬੁਰਾਈ ਦੀ ਹਾਰ ਦਾ ਪ੍ਰਤੀਕ ਹੈ। ਫਿਰ ਕੀ ਲਿਖੋਗੇ? ਜਿਹੜਾ ਮਰਜ਼ੀ ਤਿਉਹਾਰ ਆ ਜਾਵੇ, ਐਂਡ ਦੇ ਵਿੱਚ ਕੀ ਲਿਖੋਗੇ? ਇਹ ਤਿਉਹਾਰ ਬੁਰਾਈ ਦੀ ਹਾਰ ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਓਕੇ, ਕਲੀਅਰ ਹੈ ਬੇਟਾ?